ਹੈਲੋ ਸਟੂਡੈਂਟਸ। ਤਾਂ ਆਪਾਂ ਪੜ੍ਹ ਰਹੇ ਸੀ ਬੱਚੋ ਸਿੱਖ ਧਰਮ ਦੇ ਵਿਕਾਸ ਵਿੱਚ ਸਿੱਖ ਗੁਰੂਆਂ ਦਾ ਯੋਗਦਾਨ। ਤਾਂ ਉਸੇ ਹੀ ਲੜੀ ਵਿੱਚੋਂ ਅੱਜ ਆਪਾਂ ਪੜ੍ਹਾਂਗੇ ਪੰਜਵੇਂ ਸਿੱਖ ਗੁਰੂ ਬਾਰੇ, ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ। ਤਾਂ ਉਹਨਾਂ ਨੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਕਿਸ ਤਰ੍ਹਾਂ ਆਪਣਾ ਯੋਗਦਾਨ ਪਾਇਆ ਬੱਚੋ। ਔਰ ਪਹਿਲੇ ਸ਼ਹੀਦ ਹੋਣ ਵਾਲੇ ਵੀ ਗੁਰੂ ਕੌਣ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ। 9ਵੀਂ ਜਮਾਤ ਦਾ ਤੀਸਰਾ ਲੈਸਨ ਔਰ 10ਵੀਂ ਜਮਾਤ ਦਾ ਚੌਥਾ ਲੈਸਨ। ਤਾਂ ਆਓ ਪੜ੍ਹਦੇ ਹਾਂ ਬੱਚੋ। ਸ਼੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਗੁਰੂ ਕਾਲ ਹੈਗਾ ਸੀ, ਗੁਰੂ ਗੱਦੀ ਮਿਲੀ ਸੀ ਇਹਨਾਂ ਨੂੰ 1581 ਵਿੱਚ ਔਰ 1581 ਤੋਂ ਲੈ ਕੇ 1606 ਤੱਕ। ਤਾਂ ਗੁਰੂ ਜੀ ਦਾ ਜਨਮ ਹੋਇਆ ਬੱਚੋ 15 ਅਪ੍ਰੈਲ 1563 ਈਸਵੀ ਨੂੰ। ਔਰ ਇਹਨਾਂ ਦਾ ਜਨਮ ਸਥਾਨ ਸੀ ਬੱਚੋ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨਤਾਰਨ। ਪਿਤਾ ਦਾ ਨਾਮ ਗੁਰੂ ਰਾਮਦਾਸ ਜੀ, ਚੌਥੇ ਗੁਰੂ। ਮਾਤਾ ਦਾ ਨਾਮ ਬੀਬੀ ਭਾਨੀ ਜੀ। ਔਰ ਇਹਨਾਂ ਦਾ ਵਿਆਹ ਹੋਇਆ ਬੱਚੋ 1579 ਈਸਵੀ ਵਿੱਚ ਮਾਤਾ ਗੰਗਾ ਜੀ ਨਾਲ, ਜਿਹੜੀ ਕਿ ਫਿਲੌਰ ਦੇ ਕ੍ਰਿਸ਼ਨ ਚੰਦ ਜੀ ਦੀ ਪੁੱਤਰੀ ਸੀ। ਔਰ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਜਿਹੜੇ ਕਿ 6ਵੇਂ ਸਿੱਖ ਗੁਰੂ ਬਣੇ, ਗੁਰੂ ਹਰਗੋਬਿੰਦ ਜੀ। ਗੁਰੂ ਹਰਗੋਬਿੰਦ ਦਾ ਜਨਮ ਹੋਇਆ ਸੀ ਬੱਚੋ 1595 ਈਸਵੀ ਵਿੱਚ। ਹਾਂਜੀ, ਪੰਜਵੇਂ ਸਿੱਖ ਗੁਰੂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਜਨਮ ਹੋਇਆ 15 ਅਪ੍ਰੈਲ 1563 ਗੋਇੰਦਵਾਲ ਸਾਹਿਬ, ਚੌਥੇ ਗੁਰੂ ਜੀ ਦੇ ਘਰ। ਔਰ ਵਿਆਹ ਹੋਇਆ ਇਹਨਾਂ ਦਾ 1579 ਵਿੱਚ ਮਾਤਾ ਗੰਗਾ ਦੇਵੀ ਦੇ ਨਾਲ। ਔਰ ਪੁੱਤਰ ਨੇ ਜਨਮ ਲਿਆ ਗੁਰੂ ਹਰਗੋਬਿੰਦ ਜੀ ਜਿਹੜੇ ਕਿ 6ਵੇਂ ਗੁਰੂ ਬਣੇ ਬੱਚੋ। ਤਾਂ ਗੁਰੂ ਅਰਜਨ ਦੇਵ ਜੀ ਦਾ ਆਪਣੇ ਨਾਨਾ ਜੀ ਨਾਲ ਦੇ ਬਹੁਤ ਲਾਡਲੇ ਸੀ। ਨਾਨਾ ਜੀ ਗੁਰੂ ਅਮਰਦਾਸ ਜੀ, ਤੀਸਰੇ ਗੁਰੂ ਅਮਰਦਾਸ ਜੀ। ਤਾਂ ਉਹਨਾਂ ਨੇ ਕਿਹਾ ਸੀ ਇਹ ਮੇਰਾ ਦੋਹਤਾ ਬਾਣੀ ਕਾ ਬੋਹਤਾ। ਤਾਂ ਮਤਲਬ ਇਹ ਮੇਰਾ ਦੋਹਤਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਹਾਨ ਕੰਮ ਕਰੇਗਾ ਔਰ ਜਿਹੜਾ ਇਹ ਕਲਯੁਗੀ ਸੰਸਾਰ ਚੱਲ ਰਿਹਾ ਉਸ ਨੂੰ ਤਾਰੇਗਾ, ਪਾਰ ਕਰੇਗਾ। ਤਾਂ ਇਹ ਸ਼ਬਦ ਕਹੇ ਸੀ ਗੁਰੂ ਅਮਰਦਾਸ ਜੀ ਨੇ, ਤੀਸਰੇ ਗੁਰੂ ਨੇ। ਉਹਨਾਂ ਦੇ ਲਾਡਲੇ ਸੀ ਗੁਰੂ ਅਰਜਨ ਦੇਵ ਜੀ। ਤਾਂ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸਿੱਖਿਆ ਪ੍ਰਾਪਤ ਕੀਤੀ ਬਾਬਾ ਬੁੱਢਾ ਜੀ ਤੋਂ, ਆਪਣੇ ਨਾਨਾ ਜੀ ਤੋਂ। ਗੁਰਬਾਣੀ ਦੀ ਸਿੱਖਿਆ ਪ੍ਰਾਪਤ ਕੀਤੀ ਇਹਨਾਂ ਨੇ ਬਾਬਾ ਬੁੱਢਾ ਜੀ ਤੋਂ, ਆਪਣੇ ਨਾਨਾ ਅਮਰਦਾਸ ਜੀ ਤੋਂ, ਪਿਤਾ ਰਾਮਦਾਸ ਜੀ ਤੋਂ ਸਿੱਖ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਔਰ ਸਿੱਖ ਧਰਮ ਦੇ ਵਿੱਚ ਜਦੋਂ ਇਹ ਗੁਰੂ ਬਣੇ 1581 ਈਸਵੀ ਦੇ, ਤੇ ਇਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਵਿਰੋਧ। ਤਾਂ ਮੁਸ਼ਕਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਈਆਂ, ਸਭ ਤੋਂ ਪਹਿਲਾਂ ਤਾਂ ਆਪਣੇ ਸਭ ਤੋਂ ਵੱਡੇ ਭਰਾ ਪ੍ਰਿਥੀ ਚੰਦ ਦਾ ਵਿਰੋਧ, ਪ੍ਰਿਥੀ ਚੰਦ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਕਿ ਅਲੱਗ ਆਪਣਾ ਕੀ ਬਣਾ ਲਿਆ ਸੀ, ਇੱਕ ਮੀਨਾ ਸੰਪਰਦਾਇ। ਔਰ ਬਾਅਦ ਵਿੱਚ ਇਸ ਸੰਪਰਦਾਇ ਦਾ ਮੁਖੀ ਕੌਣ ਬਣਿਆ? ਮਿਹਰਬਾਨ, ਜਿਸ ਦਾ ਅਸਲ ਨਾਮ ਸੀ ਮਨੋਹਰ ਦਾਸ। ਤਾਂ ਪ੍ਰਿਥੀ ਚੰਦ ਦਾ ਪੁੱਤਰ ਸੀ ਮਿਹਰਬਾਨ। ਤਾਂ ਉਸ ਨੇ ਬਾਅਦ ਵਿੱਚ ਆਪਣੇ ਪਿਤਾ ਤੋਂ ਬਾਅਦ ਸੰਪਰਦਾਇ ਚਲਾਇਆ, ਮੀਨਾ ਸੰਪਰਦਾਇ ਦਾ ਮੁਖੀ ਬਣਿਆ, ਜਿਸ ਦਾ ਅਸਲ ਨਾਮ ਸੀ ਮਨੋਹਰ ਦਾਸ। ਤਾਂ ਇਸ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵੀ ਲਿਖੀ ਸੀ, ਬੜੀ ਇੰਪੋਰਟੈਂਟ ਹੈ ਬੱਚੋ, ਮਿਹਰਬਾਨ ਦੀ ਜਨਮ ਸਾਖੀ। ਹਾਂਜੀ, ਤਾਂ ਇਹ ਬੜਾ ਵਿਦਵਾਨ ਸੀ। ਤਾਂ ਇਸ ਤੋਂ ਬਾਅਦ ਮੀਨਾ ਸੰਪਰਦਾਇ ਨੂੰ ਕਿਸ ਨੇ ਸੰਭਾਲਿਆ ਸੀ? ਪ੍ਰਿਥੀ ਚੰਦ ਤੋਂ ਬਾਅਦ ਮਿਹਰਬਾਨ ਨੇ। ਪ੍ਰਿਥੀ ਚੰਦ ਨੇ ਵਿਰੋਧ ਕੀਤਾ ਵੀ ਮੈਂ ਵੱਡਾ ਪੁੱਤਰ ਹਾਂ ਤਾਂ ਮੈਨੂੰ ਗੁਰੂ ਗੱਦੀ ਮਿਲਣੀ ਚਾਹੀਦੀ ਹੈ। ਤਾਂ ਉਸਨੇ ਆਪਣਾ ਇੱਕ ਅਲੱਗ ਸੰਪਰਦਾਇ ਬਣਾਇਆ। ਤਾਂ ਇਸ ਦਾ ਵਿਰੋਧ ਗੁਰੂ ਅਰਜਨ ਦੇਵ ਜੀ ਨੂੰ ਸਹਿਣਾ ਪਿਆ। ਉਸ ਤੋਂ ਬਾਅਦ ਨਕਸ਼ਬੰਦੀਆਂ ਦਾ ਵਿਦਰੋਹ, ਸ਼ੇਖ ਅਹਿਮਦ, ਇਹ ਪੰਜਾਬ ਦੇ ਵਿੱਚ ਨਕਸ਼ਬੰਦੀਆਂ ਦਾ ਨੇਤਾ ਸੀ ਸ਼ੇਖ ਅਹਿਮਦ ਸਰਹੰਦੀ।
ਤਾਂ ਇਸ ਦਾ ਵਿਰੋਧ ਵੀ ਜਿਹੜਾ ਔਰ ਮੁਸਲਮਾਨਾਂ ਦੀ ਜਿਹੜੀ ਨਕਸ਼ਬੰਦੀ ਇੱਕ ਵਿਚਾਰਧਾਰਾ ਸੀ ਤਾਂ ਉਸ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਗੁਰੂ ਅਰਜਨ ਦੇਵ ਜੀ ਨੂੰ। ਚੰਦੂ ਸ਼ਾਹ ਦਾ ਵਿਰੋਧ ਜਿਹੜਾ ਕਿ ਸਹਿਣ ਕਰਨਾ ਪਿਆ ਗੁਰੂ ਅਰਜਨ ਦੇਵ ਜੀ ਨੂੰ। ਇਹ ਕੌਣ ਸੀ ਬੱਚੋ? ਲਾਹੌਰ ਦਾ ਦੀਵਾਨ ਸੀ। ਤਾਂ ਇਸ ਨੇ ਆਪਣੀ ਪੁੱਤਰੀ ਦੀ ਜਿਹੜੀ ਹੈ ਬੇਟੀ ਦੀ ਸ਼ਾਦੀ ਕਰਨੀ ਚਾਹੀ ਗੁਰੂ ਹਰਗੋਬਿੰਦ ਦੇ ਨਾਲ। ਤਾਂ ਇਸ ਗੱਲ ਦੇ ਲਈ ਇਨਕਾਰ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਔਰ ਇਸ ਕਰਕੇ ਇਹ ਵਿਰੋਧੀ ਬਣ ਗਿਆ ਪੰਜਵੇਂ ਸਿੱਖ ਗੁਰੂ ਦਾ। ਤਾਂ ਇਸ ਗੱਲ ਦਾ ਵਿਰੋਧ ਵੀ ਜਿਹੜਾ ਗੁਰੂ ਜੀ ਨੂੰ ਸਹਿਣ ਕਰਨਾ ਪਿਆ। ਇਹ ਗੁਰੂ ਜੀ ਨੂੰ ਮੁਸ਼ਕਿਲ ਆਈਆਂ। ਪ੍ਰਿਥੀ ਚੰਦ ਦਾ ਵਿਰੋਧ, ਨਕਸ਼ਬੰਦੀਆਂ ਦਾ ਵਿਰੋਧ, ਚੰਦੂ ਸ਼ਾਹ ਦਾ ਵਿਰੋਧ। ਤਾਂ ਉਸ ਤੋਂ ਬਾਅਦ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਜਿਹੜਾ ਹੈ ਉਹ ਪੰਜਵੇਂ ਸਿੱਖ ਗੁਰੂ ਦਾ ਕਹਿ ਸਕਦੇ ਹਾਂ ਆਪਾਂ। ਤਾਂ ਸਭ ਤੋਂ ਪਹਿਲਾਂ ਜਿਹੜਾ ਯੋਗਦਾਨ ਪਾਇਆ ਗੁਰੂ ਅਰਜਨ ਦੇਵ ਜੀ ਨੇ ਤਾਂ ਉਹ ਦੇਖਦੇ ਹਾਂ ਬੱਚੋ। ਤਾਂ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਯੋਗਦਾਨ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੀ ਸਥਾਪਨਾ। ਤਾਂ ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਿਆ ਪੂਰਾ ਕਰਵਾਇਆ 1588 ਵਿੱਚ। ਉਸ ਦੀ ਨੀਂਹ ਰਖਵਾਈ ਸੂਫੀ ਸੰਤ ਮੀਆਂ ਮੀਰ ਤੋਂ ਔਰ 1601 ਦੇ ਵਿੱਚ ਕੰਮ ਜਿਹੜਾ ਉਹ ਪੂਰਾ ਕਰਵਾਇਆ ਹਰਿਮੰਦਰ ਸਾਹਿਬ ਦਾ, ਜਿਸ ਨੂੰ ਆਪਾਂ ਗੋਲਡਨ ਟੈਂਪਲ ਕਹਿੰਦੇ ਆ ਬੱਚੋ, ਅੰਮ੍ਰਿਤਸਰ ਦੇ ਵਿੱਚ ਆ। ਤਾਂ ਇਸ ਦੀ ਨੀਂਹ 1588 ਵਿੱਚ ਸੂਫੀ ਸੰਤ ਮੀਆਂ ਮੀਰ ਤੋਂ ਰਖਵਾਈ ਸੀ ਗੁਰੂ ਅਰਜਨ ਦੇਵ ਨੇ। ਬੜਾ ਇੰਪੋਰਟੈਂਟ ਕੁਐਸਚਨ ਹੈ ਬੱਚੋ। ਤਾਂ 1601 ਦੇ ਵਿੱਚ ਜਿਹੜਾ ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਿਆ ਉਹ ਪੂਰਾ ਹੋ ਗਿਆ। ਬਾਅਦ ਵਿੱਚ ਆਪਾਂ ਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦਾ ਪਾਣੀ ਚੜਵਾਇਆ ਸੀ ਹਾਂਜੀ ਹਰਿਮੰਦਰ ਸਾਹਿਬ ਦੇ ਉੱਪਰ। ਤਾਂ ਇਸ ਨੂੰ ਗੋਲਡਨ ਟੈਂਪਲ ਕਿਹਾ ਜਾਂਦਾ ਹੈ। ਤਾਂ 1601 ਦੇ ਵਿੱਚ ਕੰਮ ਪੂਰਾ ਹੋਇਆ ਹਰਿਮੰਦਰ ਸਾਹਿਬ ਦਾ। ਸਭ ਤੋਂ ਪਹਿਲਾ ਯੋਗਦਾਨ 1590 ਦੇ ਵਿੱਚ ਗੁਰੂ ਜੀ ਨੇ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ। ਤਰਨ ਤਾਰਨ ਨਗਰ ਵਸਾਇਆ ਮਾਝੇ ਦੇ ਇਲਾਕੇ ਵਿੱਚ। ਤਾਂ ਮਾਝੇ ਦੇ ਜਿਹੜੇ ਸਾਰੇ ਸਿੱਖ ਨੇ ਉਹ ਸਿੱਖ ਧਰਮ ਦੇ ਨੂੰ ਅਪਣਾਉਣ ਲੱਗ ਗਏ। ਸਿੱਖ ਧਰਮ ਦੇ ਵਿੱਚ ਉਹਨਾਂ ਨੇ ਆਪਣੀ ਰੁਚੀ ਦਿਖਾਈ। 1593 ਵਿੱਚ ਗੁਰੂ ਜੀ ਨੇ ਕਰਤਾਰਪੁਰ ਦੀ ਸਥਾਪਨਾ ਕੀਤੀ। ਔਰ ਇੱਥੇ ਜਿਹੜਾ ਗੰਗਸਰ ਨਾਮਕ ਸਰੋਵਰ ਬਣਵਾਇਆ। ਕਰਤਾਰਪੁਰ ਦੀ ਸਥਾਪਨਾ ਜਲੰਧਰ ਦੇ ਨੇੜੇ ਬਿਆਸ ਨਦੀ ਦੇ ਕੰਢੇ ਤੇ, ਜਲੰਧਰ ਦੇ ਨੇੜੇ ਬਿਆਸ ਨਦੀ ਦੇ ਕੰਢੇ ਤੇ। ਔਰ 1595 ਦੇ ਵਿੱਚ ਗੁਰੂ ਜੀ ਨੇ ਹਰਗੋਬਿੰਦਪੁਰ ਨਗਰ ਵਸਾਇਆ। ਇਹ ਵੀ ਬਿਆਸ ਨਦੀ ਦੇ ਕੰਢੇ ਤੇ। ਤਾਂ ਗੁਰੂ ਜੀ ਨੇ ਪਹਿਲਾਂ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ 1590 ਦੇ ਵਿੱਚ। ਮਾਝੇ ਦੇ ਇਲਾਕੇ ਦੇ ਸਿੱਖਾਂ ਨੂੰ ਜੋੜਿਆ ਸਿੱਖ ਧਰਮ ਦੇ ਨਾਲ ਔਰ ਇੱਥੇ ਤਰਨ ਤਾਰਨ ਨਾਮਕ ਸਰੋਵਰ ਦੀ ਖੁਦਵਾਈ ਕਰਾਈ। ਫਿਰ ਕਰਤਾਰਪੁਰ ਦੀ ਸਥਾਪਨਾ ਕੀਤੀ ਜਲੰਧਰ ਦੇ ਨੇੜੇ ਬਿਆਸ ਨਦੀ ਦੇ ਕਿਨਾਰੇ ਤੇ 1593 ਵਿੱਚ। ਔਰ ਉੱਥੇ ਕਿਹੜਾ ਸਰੋਵਰ ਬਣਵਾਇਆ? ਗੰਗਸਰ। 1595 ਆਪਣੇ ਪੁੱਤਰ ਗੁਰੂ ਹਰਗੋਬਿੰਦ ਜੀ ਦੇ ਜਨਮ ਦਿਨ ਦੇ ਉਪਲਕਸ਼ ਵਿੱਚ, ਜਨਮ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਹਰਗੋਬਿੰਦਪੁਰਾ ਨਗਰ ਵਸਾਇਆ, ਉਹ ਵੀ ਬਿਆਸ ਨਦੀ ਦੇ ਕੰਢੇ ਤੇ ਬੱਚੋ ਹਾਂਜੀ। ਤਾਂ ਇਹ 3 ਨਗਰ ਵਸਾਏ ਸੀ ਗੁਰੂ ਜੀ ਨੇ। ਔਰ ਉਸ ਤੋਂ ਬਾਅਦ ਗੱਲ ਕਰੀਏ ਸਿੱਖ ਧਰਮ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਗਏ। 1599 ਦੇ ਵਿੱਚ ਲਾਹੌਰ 'ਚ ਬਾਉਲੀ ਬਣਵਾਈ ਗੁਰੂ ਜੀ ਨੇ। ਲਾਹੌਰ ਗਏ ਤਾਂ ਉੱਥੇ ਬਾਉਲੀ ਦਾ ਨਿਰਮਾਣ ਕਰਾਇਆ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ। ਬਾਅਦ ਵਿੱਚ ਇਸ ਨੂੰ ਜਹਾਂਗੀਰ ਮੁਗਲ ਬਾਦਸ਼ਾਹ ਨੇ ਜਿਹੜਾ ਇਸ ਦੇ ਵਿੱਚ ਮਿੱਟੀ ਭਰਵਾਤੀ ਸੀ ਬੱਚੋ। ਲਾਹੌਰ ਦੇ ਵਿੱਚ ਬਾਉਲੀ ਕਿਸ ਨੇ ਬਣਵਾਈ ਸੀ? ਪੰਜਵੇਂ ਸਿੱਖ ਗੁਰੂ ਨੇ 1599 ਲਾਹੌਰ ਦੇ ਡੱਬੀ ਬਾਜ਼ਾਰ ਵਿੱਚ। ਛੇਹਰਟਾ। ਤਾਂ ਇਹ ਵਡਾਲੀ ਦੇ ਵਿੱਚ ਪਾਣੀ ਦੀ ਕਮੀ ਸੀ। ਵਡਾਲੀ ਵਿੱਚ ਪਾਣੀ ਦੀ ਕਮੀ ਨੂੰ
पूरा करने वास्ते 6 खूह खुदवाए गुरु जी ने, जिस का नाम हुण पै गया बच्चों छेरठा। वडाली जिहड़ा कि अमृतसर के नेड़े है, तो हुण उस जगह का नाम है छेरठा। तो इस जगह का भी निर्माण किसने करवाया? गुरु अर्जन देव जी ने। इत्थे पानी की कमी नूं पूरा करने वास्ते 6 खूह खुदवाए सी वडाली अमृतसर के नेड़े, तो हुण उस जगह का नाम है छेरठा। तो ये गुरु जी ने काम किया सिख धर्म के विकास दे विच। मसंद प्रथा का विकास किया, जिहड़ी कि चौथे गुरु ने चलाई सी। मसंद प्रथा का विकास, मसंद जिहड़ा वो किस भाषा का शब्द है? फारसी भाषा का, जिहड़ा कि फारसी भाषा के शब्द मसनन तो बनया है, जिसका मतलब होंदा है उच्चा स्थान। तो चौथे गुरु ने जिहड़ा मसंद प्रथा शुरू की सी उसका विकास किया। ये फारसी भाषा के शब्द मसंद तो लिया गया, जिसका मतलब होंदा है उच्चा स्थान। तो अपने सिखा श्रद्धालुओं नूं, जिहड़े सिख गुरुआं दे अगों श्रद्धालु सी, तो वो लोगों कोलों पैसा इकट्ठा करन जांदे सी, धन इकट्ठा करन जांदे सी, तां जो जिहड़ा अमृतसर का विकास हो सके, उत्थे जिहड़े सरोवर बनाए गए ने उन्हां दा विकास हो सके। तो इसका विकास किया मसंद प्रथा का। और सब तो वड्डी गल दसवंध प्रथा चलाई गुरु जी ने। हर एक सिख नूं कहा भी अपनी आमदन का 10वां हिस्सा जिहड़ा वो दान देगा, तां जो अमृतसर दे विच जिहड़ा हरमंदर साहिब का निर्माण कराया गया है उस दे कारज नूं पूरा किया जा सके। उत्थे जो लंगर की सेवा चलती है उसनूं अगे लिजाया जा सके। हाँ जी बच्चों, तो दसवंध प्रथा किस गुरु ने चलाई सी? 5वें सिख गुरु गुरु अर्जन देव जी ने। ये भी बड़ा इंपॉर्टेंट क्वेश्चन है बच्चों। तो दसवंध प्रथा चलाई, मसंद प्रथा का विकास किया और 3 नगर वसाए, तरन तारण, करतारपुर, हरगोबिंदपुर। और मोस्ट इंपॉर्टेंट, सब तो इंपॉर्टेंट काम बच्चों, आदि ग्रंथ दा संकलन करवाया बच्चों। किस तो? भाई गुरदास जी तो। और किस स्थान ते? रामसर स्थान ते, जिहड़ा कि अमृतसर के नेड़े है। तो इस जगह ते गुरु जी ने भाई गुरदास जी तो लिखवाया आदि ग्रंथ, जिस दे विच पहले 5 सिख गुरुआं की बाणी नूं दर्ज किया। हाँ जी, रामसर नामक स्थान ते बैठ के गुरु जी ने लिखवाया इस आदि ग्रंथ नूं। पहले 5 गुरुआं, पहले गुरु गुरु नानक देव जी, गुरु अंगद देव जी, गुरु अमरदास जी, गुरु रामदास जी, गुरु अर्जन देव जी और 9वें गुरु, पहले दूसरे तीसरे चौथे 5वें 9वें गुरु गुरु तेग बहादुर जी की बाणी नूं बाद विच गुरु गोबिंद सिंह जी ने दर्ज करवाया सी। तो गुरु नानक देव जी के 976 शब्द शामिल ने बच्चों। गुरु ग्रंथ साहिब दे विच, आदि ग्रंथ दे विच गुरु अंगद देव जी के 62, गुरु अमरदास जी के 907, गुरु रामदास जी के 679, गुरु अर्जन देव जी के सब तो वध 2216 और 9वें गुरु के 116। हाँ जी, 6 गुरुआं की बाणी दर्ज है। पहले 5 गुरु अर्जन देव जी के कोल, गुरु रामदास जी की बाणी तो हैगी सी अपने पिता दी, और पहले 3 गुरुआं की बाणी जिहड़ी है इन्होंने इकट्ठी की बाबा मोहन जी कोलों, जिहड़े कि गुरु अमरदास जी के पुत्र सी। तो इन्हां दे कोल बाणी लैण वास्ते गए अमृतसर तो नंगे पैरी कित्थे बच्चों? गोइंदवाल साहब। हाँ जी, तो इन्नी निमरता देख के बाबा मोहन जी ने इन्हों बाणी दी। पहले 3 गुरुआं की, चौथे गुरु की बाणी गुरु रामदास जी की इन्हों दे कोल मौजूद सी, और 5वें हो गए खुद गुरु अर्जन देव जी। तो 5 गुरुआं की बाणी जिहड़ी है दर्ज करवाई, और बाद विच गुरु तेग बहादुर की बाणी नूं दर्ज कराया किसने? गुरु गोबिंद सिंह जी ने 10वें पातशाह ने, और नाम दिता गुरु ग्रंथ साहब। हाँ जी, आदि ग्रंथ का नाम दिता गुरु ग्रंथ साहब। हाँ जी, भाई मनी सिंह तो बाणी दर्ज करवाई 9वें गुरु की, और नाम दिता गुरु ग्रंथ साहब।
ਤਾਂ ਹੀ ਆਪਾਂ ਕਹਿੰਦੇ ਆ गुरु मान्यो ग्रंथ। ਤਾਂ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ। ਇਹ ਸ਼ਬਦ ਕਹੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਤਾਂ ਉਹਨਾਂ ਦੇ 116 ਸ਼ਬਦ ਨੇ। ਸਭ ਤੋਂ ਵੱਧ ਬਾਣੀ ਕਿਹਨਾਂ ਕਿਹੜੇ ਗੁਰੂ ਜੀ ਦੀ ਹੈ? ਪੰਜਵੇਂ ਗੁਰੂ ਦੀ। ਔਰ ਸਭ ਤੋਂ ਘੱਟ ਬਾਣੀ ਹੈ ਦੂਸਰੇ ਗੁਰੂ ਦੀ। ਇਸ ਤੋਂ ਇਲਾਵਾ 15 ਭਗਤਾਂ ਦੀ ਬਾਣੀ ਦਰਜ ਹੈ ਬੱਚੋ ਇਸ ਦੇ ਵਿੱਚ। 11 ਭੱਟ ਭਗਤ, ਜਿਵੇਂ ਕਿ ਭਗਤ ਕਬੀਰ ਜੀ, ਰਵਿਦਾਸ ਜੀ, जयदेव, नामदेव जी, भगत सूरदास जी। तो इस तरह के 15 भगतों की बाणी दर्ज है। 11 भट्ट ने जिन्हों की बाणी दर्ज है। और 4 गुरसिख, हाँ जी 15 भगतों की, 11 भट्ट, 4 गुरसिखा की बाणी, 4 गुरु सिख कह लो, सिख श्रद्धालु कह लो। तो उन्हों की बाणी दर्ज है। 6 गुरुओं की बाणी दर्ज है। और 1430 पन्ने ने गुरु ग्रंथ साहब के आदि ग्रंथ के। लगभग 5894 शब्द ने बच्चों इस दे विच। और 31 राग ने। 31 रागां दे विच जिहड़ा है वो बाणी नूं वंडिया होया है। 31 राग, 5894 शब्द, 1430 पन्ने, 15 भगत, 11 भट्ट, 4 गुरसिख, 4 सिख श्रद्धालु, 6 सिख गुरुओं की बाणी दर्ज है। तो इस आदि ग्रंथ को नाम दिता गुरु ग्रंथ साहब 10वें गुरु जी ने। और सब तो वध बाणी दर्ज है गुरु अर्जन देव जी, सब तो घट है गुरु अंगद देव जी की। और किस तो लिखवाया सी? भाई गुरदास तो। कित्थे बच्चों? रामसर दे विच। और 1601 दे विच ये काम शुरू कराया सी। और 1604 दे विच जिहड़ा है वो पूरी हुई लिखत। और 1 सितंबर 1604 नूं जिहड़ा है वो प्रकाश होया गुरु ग्रंथ साहब का। कित्थे? हरमंदर साहब दे विच 1 सितंबर 1604 नूं। और पहले ग्रंथी कौन बने बच्चों? बाबा बुढ़ा जी। बड़ा इंपॉर्टेंट क्वेश्चन है। गुरु ग्रंथ साहब दे, हाँ जी, हरमंदर साहब दे विच पहले ग्रंथी कौन सी? तो वह कौन सी? बाबा बुढ़ा जी। पहला प्रकाश कदों होया गुरु ग्रंथ साहब का? 1 सितंबर 1604 नूं। ठीक है बच्चों। तो यह है आदि ग्रंथ जिहड़ी कि सब तो इंपॉर्टेंट काम सी। क्योंकि जिस तरह ईसाइयां दे लई महत्ता सी बाइबल दी, हिंदुआं लई गीता दी, और हाँ जी तो मुसलमानों लई कुरान लई दी, उस तरह ही महत्ता जिहड़ी है सिख धर्म दे विच ओह हैगी सी आदि ग्रंथ दी है हुण। और उसनूं कहा जांदा हुण गुरु ग्रंथ साहब। तो ये आदि ग्रंथ सब तो इंपॉर्टेंट काम जिसका निर्माण शुरू करवाया, लिखत शुरू कराई भाई गुरदास तो रामसर नामक स्थान ते 1601। और पहला प्रकाश होया 1604 दे विच। तो इस तो इलावा अगर गुरु जी की बाणी की गल करिए तो गुरु जी ने खुद सुखमनी साहब की रचना की बच्चों। सुखमनी साहब की रचना की। और गुरु जी की शहीदी की गल करिए तो वह हुई सी बच्चों 30 मई 1606। किसने कराई सी? मुगल बादशाह जहांगीर ने। और इसका जिहड़ा कारण कह लो, तात्कालिक कारण कह लो, वो सी शहजादा खुसरो। हाँ जी शहजादा खुसरो जिहड़ा कि जहांगीर का पुत्र सी, वो अपने पिता तो बागी होके जिहड़ा वो गुरु जी कोल पहुंचा। कित्थे? शहजादा खुसरो गुरु जी नूं मिलन आया सी गोइंदवाल साहब दे विच। बड़ा इंपॉर्टेंट क्वेश्चन है बच्चों। शहजादा खुसरो गुरु अर्जन देव जी नूं मिलन लई कित्थे आया सी? गोइंदवाल साहब। तो गुरु जी ने उस तरह ही जिस तरह सिख धर्म दे विच कोई भी आंदा है तो कोई श्रद्धालु आंदा है तो उसनूं लंगर खवाया जाता है, उसकी सेवा की जाती है, उसनूं संगत दे विच बिठाया जाता। तो वही काम गुरु जी ने किया, इसकी सहायता की, तो इसनूं जिहड़ा शरण दिती। तो उस गल का जिहड़ा विरोध किया गया जहांगीर दे कोल। एक गल बड़ी वधा चढ़ा के पहुँचाई गई जिहड़ी कि गुरु जी की शहीदी का तात्कालिक कारण बनी। शहजादा खुसरो जिहड़ा कि गुरु जी नूं मिलण आया सी गोइंदवाल साहब। तो मुगल बादशाह जहांगीर ने शहीद कराया 30 मई 1606 नूं। गुरु जी की शहीदी कित्थे हुई? रावी नदी के किनारे ते लाहौर दे विच। और इस तो बाद गुरु जी नूं क्या जान लग गया? शहीदां दे सरताज, शहीद होने वाले पहले सिख गुरु। हाँ जी
बड़ा इंपॉर्टेंट क्वेश्चन है। शहीदां दे सरताज किसनों कहा जाता है? शहीद होने वाले पहले सिख गुरु गुरु अर्जन देव जी। लाहौर में शहीदी हुई 30 मई 1606, किसने कराई सी? जहांगीर ने। और समकालीन मुगल बादशाह किहड़े किहड़े सी गुरु जी दे? अकबर, जिस दे नाल की बड़े वधिया संबंध रहे गुरु जी दे, अकबर, और दूसरा सी जहांगीर। ਤਾਂ ਇਸ ਤੋਂ ਬਾਅਦ 6ਵੇਂ ਗੁਰੂ ਬਣੇ ਗੁਰੂ ਹਰਗੋਬਿੰਦ ਜੀ, ਜਿਨ੍ਹਾਂ ਨੂੰ ਆਪਣੇ ਅੰਤਿਮ ਸ਼ਬਦ ਕਹੇ ਸੀ ਵੀ ਹੁਣ ਤੁਹਾਨੂੰ ਜਿਹੜਾ ਹੈ ਉਹ ਸੈਨਾ ਵੀ ਰੱਖਣੀ ਪਏਗੀ ਆਪਣੇ ਕੋਲ ਔਰ ਸ਼ਸਤਰ ਵੀ ਰੱਖਣੇ ਪੈਣਗੇ ਨਿਯਮਿਤ ਰੂਪ ਦੇ ਵਿੱਚ। ਤਾਂ ਇਸੇ ਚੀਜ਼ ਨਾਲ ਸੁਸ਼ੋਭਿਤ ਹੋ ਕੇ ਤੁਹਾਨੂੰ ਗੁਰੂ ਗੱਦੀ ਤੇ ਬੈਠਣਾ ਪਏਗਾ। ਇਹ ਅੰਤਿਮ ਸੰਦੇਸ਼ ਸੀ ਗੁਰੂ ਜੀ ਦਾ 6ਵੇਂ ਗੁਰੂ ਦੇ ਲਈ। ਠੀਕ ਹੈ ਬੱਚੋ, ਤਾਂ ਇਹ ਸੀ ਆਪਣਾ ਅੱਜ ਦਾ ਟੌਪਿਕ 5ਵੇਂ ਸਿੱਖ ਗੁਰੂ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ। ਤਾਂ ਮਿਲਾਂਗੇ ਬੱਚੋ ਅਗਲੀ ਵੀਡੀਓ ਵਿੱਚ 6ਵੇਂ ਸਿੱਖ ਗੁਰੂ ਦੇ ਨਾਲ। ਓਕੇ, ਥੈਂਕ ਯੂ।